ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਰਨਾਟਕ ਵਿਧਾਨ ਸਭਾ ਚੋਣਾਂ ਬਾਰੇ। ਦੋਸਤੋ, ਭਾਰਤੀ ਚੋਣ ਕਮਿਸ਼ਨ ਵੱਲੋਂ 2 ਦਿਨ ਪਹਿਲਾਂ ਹੀ ਕਰਨਾਟਕ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ, ਜਿੱਥੇ ਕਿ 10 ਮਈ ਨੂੰ ਵੋਟਿੰਗ ਹੋਵੇਗੀ ਤੇ 13 ਮਈ ਨੂੰ ਜਿਹੜਾ ਹੈਗਾ ਵੋਟਾਂ ਦੀ ਗਿਣਤੀ ਹੋਵੇਗੀ ਤੇ ਚੋਣਾਂ ਦੇ ਨਤੀਜੇ ਸਭ ਦੇ ਸਾਹਮਣੇ ਹੋਣਗੇ ਵੀ ਕਿ ਕਿਹੜੀ ਰਾਜਨੀਤਿਕ ਪਾਰਟੀ ਉੱਥੇ ਕਾਬਜ਼ ਹੋਣ ਜਾ ਰਹੀ ਹੈ। ਤੇ ਜੇ ਦੇਖੀਏ ਤਾਂ ਹੁਣ ਸਹੀ ਜਿਹੜਾ ਹੈਗਾ ਸਵਾ ਮਹੀਨੇ ਦਾ ਸਮਾਂ ਜਿਹੜਾ ਹੈਗਾ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਵਿੱਚ ਰਹਿ ਗਿਆ। ਤੇ ਵੈਸੇ ਤਾਂ ਚੋਣਾਂ ਐਲਾਨ ਹੋਣ ਤੋਂ ਪਹਿਲਾਂ ਹੀ ਸਾਰੀ ਸਿਆਸੀ ਧਿਰਾਂ ਵੱਲੋਂ ਉੱਥੇ ਚੋਣ ਪ੍ਰਚਾਰ ਜਾਂ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸੀ, ਪਰ ਜਿਵੇਂ ਹੀ ਭਾਰਤੀ ਚੋਣ ਕਮਿਸ਼ਨ ਨੇ ਉੱਥੇ ਚੋਣਾਂ ਦਾ ਐਲਾਨ ਕੀਤਾ ਰਸਮੀ ਤੌਰ 'ਤੇ, ਉਸ ਤੋਂ ਬਾਅਦ ਸਾਰੀ ਰਾਜਨੀਤਿਕ ਪਾਰਟੀਆਂ ਜਿਹੜੀਆਂ ਉੱਥੇ ਇਲੈਕਸ਼ਨ ਮੋਡ ਵਿੱਚ ਆ ਗਈਆਂ। ਉਹਨਾਂ ਨੇ ਆਪਣੀ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ, ਚੋਣ ਮੁਹਿੰਮ ਭੁਖਾ ਦਿੱਤੀ ਹੈ। ਜੇ ਗੱਲ ਕਰੀਏ ਤਾਂ ਉੱਥੇ ਮੁੱਖ ਤੌਰ 'ਤੇ ਪਹਿਲਾਂ ਜਿਹੜੀ ਹੈਗੀਆਂ 3 ਰਾਜਨੀਤਿਕ ਪਾਰਟੀਆਂ ਹੀ ਚੋਣਾਂ ਦੇ ਵਿੱਚ ਹਿੱਸਾ ਲੈਂਦੀਆਂ ਸੀ। ਉਹਨਾਂ ਵਿੱਚ ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਉੱਥੇ ਦੀ ਖੇਤਰੀ ਪਾਰਟੀ ਹੈ ਜਿਹੜੀ ਜਨਤਾ ਦਲ ਸੈਕੂਲਰ, ਇਹਨਾਂ ਵੱਲੋਂ ਹੀ ਜਿਹੜਾ ਹੈਗਾ ਚੋਣਾਂ 'ਚ ਹਿੱਸਾ ਲਿਆ ਜਾਂਦਾ ਸੀ ਮੁੱਖ ਤੌਰ 'ਤੇ। ਮਤਲਬ ਮੁਕਾਬਲਾ ਇਹਨਾਂ 3 ਪਾਰਟੀਆਂ 'ਚ ਦੇਖਣ ਨੂੰ ਮਿਲਦਾ ਸੀ। ਪਰ ਇਸ ਵਾਰ ਆਮ ਆਦਮੀ ਪਾਰਟੀ ਵੀ ਪਹਿਲੀ ਵਾਰ ਜਿਹੜਾ ਹੈਗਾ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਵਿੱਚ ਹਿੱਸਾ ਲੈਣ ਜਾ ਰਹੀ ਹੈ। ਤੇ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੈ ਵੀ ਕਿ ਕਰਨਾਟਕ ਵਿਧਾਨ ਸਭਾ ਦੀਆਂ ਜਿਹੜੀ 224 ਸੀਟਾਂ ਉਹ 224 ਦੀ 224 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇਗੀ ਤੇ ਚੋਣਾਂ 'ਚ ਵੱਧ ਚੜ੍ਹ ਕੇ ਹਿੱਸਾ ਲਵੇਗੀ। ਦੋਸਤੋ, ਵੈਸੇ ਤਾਂ ਸਾਰੀ ਸਿਆਸੀ ਧਿਰਾਂ ਵੱਲੋਂ ਜਿਹੜਾ ਹੈਗਾ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ। ਭਾਜਪਾ ਆਪਣੀ ਰਣਨੀਤੀ ਨਾਲ ਉਮੀਦਵਾਰ ਉਤਾਰ ਰਹੀ ਹੈ। ਕਾਂਗਰਸ ਪਾਰਟੀ ਵੱਲੋਂ ਵੀ ਇੱਕ ਸੂਚੀ ਜਾਰੀ ਕਰ ਦਿੱਤੀ ਹੈ, ਉੱਥੇ ਜਨਤਾ ਦਲ ਸੈਕੂਲਰ ਵੱਲੋਂ ਵੀ ਕਰ ਦਿੱਤੀ ਗਈ ਹੈ। ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ, ਜੋ ਕਿ ਪਹਿਲਾਂ ਦਿੱਲੀ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਪੰਜਾਬ 'ਚ ਸਰਕਾਰ ਬਣਾਉਂਦੀ ਹੈ ਤੇ ਹੁਣ ਗੁਜਰਾਤ ਚੋਣਾਂ ਦੇ ਵਿੱਚ ਹਿੱਸਾ ਲੈ ਕੇ ਭਾਵੇਂ ਉੱਥੇ ਸਰਕਾਰ ਨਹੀਂ ਬਣਾ ਸਕੀ, ਪਰ 5 ਸੀਟਾਂ 'ਤੇ ਉਸਨੇ ਜਿੱਤ ਹਾਸਲ ਕੀਤੀ ਹੈ ਤੇ ਹੁਣ ਕਰਨਾਟਕ ਵੱਲ ਅਗਲਾ ਕਦਮ ਵਧਾਇਆ ਤੇ ਕਰਨਾਟਕ ਦੇ ਵਿੱਚ 224 ਦੇ ਵਿੱਚੋਂ ਹੁਣ ਤੱਕ 2 ਸੂਚੀਆਂ ਜਾਰੀ ਕਰਕੇ 140 ਉਮੀਦਵਾਰਾਂ ਦਾ ਐਲਾਨ ਆਮ ਆਦਮੀ ਪਾਰਟੀ ਵੀ ਕਰ ਚੁੱਕੀ ਹੈ। ਜੇ ਦੇਖੀਏ ਤਾਂ ਪਹਿਲੀ ਸੂਚੀ 'ਚ 80 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ ਤੇ ਦੂਜੀ ਸੂਚੀ 'ਚ 60 ਉਮੀਦਵਾਰਾਂ ਦਾ ਹੋਰ ਐਲਾਨ ਕਰਕੇ ਜਿਹੜਾ ਹੈਗਾ ਉੱਥੇ 140 ਉਮੀਦਵਾਰਾਂ ਦੇ ਜਿਹੜਾ ਹੈਗਾ ਐਲਾਨ ਕਰ ਦਿੱਤਾ। ਤੇ ਪਾਰਟੀ ਦੇ ਲੀਡਰਾਂ ਦਾ ਕਹਿਣਾ ਵੀ ਕਿ ਉਹ ਸਾਰੀਆਂ ਦੀ ਸਾਰੀਆਂ ਸੀਟਾਂ 'ਤੇ ਉਮੀਦਵਾਰ ਉਤਾਰਨਗੇ ਤੇ ਜਿਨ੍ਹਾਂ ਦਾ ਜਿਹੜਾ ਐਲਾਨ ਹੈ ਉਹ ਜਲਦ ਹੀ ਹੋ ਜਾਵੇਗਾ। ਦੋਸਤੋ, ਵੈਸੇ ਤਾਂ ਉੱਥੇ ਕਰਨਾਟਕ ਦੇ ਜੇ ਦੇਖੀਏ ਤਾਂ ਉੱਥੇ ਸਿਆਸੀ ਸਮੀਕਰਨ ਵੱਖਰੇ ਹੀ ਕਿਸਮ ਦੇ ਹੈ, ਕਿਉਂਕਿ ਹਰ ਸੂਬੇ ਦਾ ਇੱਕ ਆਪਣਾ ਮਾਹੌਲ ਹੁੰਦਾ, ਆਪਣਾ ਉੱਥੇ ਐਟਮੋਸਫੇਅਰ ਹੁੰਦਾ। ਉਸ ਅਨੁਸਾਰ ਹੀ ਜਿਹੜਾ ਹੈਗਾ ਉੱਥੇ ਜਿਹੜਾ ਹੈਗਾ ਚੋਣਾਂ ਦਾ ਮੁਹਿੰਮ ਚੱਲਦੀ ਹੈ, ਚੋਣਾਂ ਦਾ ਇੱਕ ਰਣਨੀਤੀ ਤਿਆਰ ਹੁੰਦੀ ਹੈ। ਪਰ ਜੇ ਆਪਾਂ ਮੁੱਖ ਤੌਰ 'ਤੇ ਪਿਛਲੇ 15 ਸਾਲਾਂ 'ਤੇ ਨਜ਼ਰ ਮਾਰੀਏ ਤਾਂ ਉੱਥੇ ਹਾਲਾਤ ਕੁਝ ਹੋਰ ਹੀ ਦਿਖਾਈ ਦੇ ਰਹੇ ਨੇ, ਕਿਉਂਕਿ 15 ਸਾਲਾਂ ਦਾ ਮਤਲਬ ਹੈ 2008 ਤੋਂ ਦੇਖੀਏ, ਕਿਉਂਕਿ 2014 'ਚ ਦੇਸ਼ ਦੇ ਵਿੱਚ ਭਾਜਪਾ ਆਉਂਦੀ ਹੈ ਤਾਂ ਉਦੋਂ ਤੋਂ ਜਿਹੜਾ ਹੈਗਾ ਦੇਸ਼ 'ਚ ਚੋਣਾਂ ਦਾ ਕੁਝ ਮਾਹੌਲ ਕੁਝ ਹੋਰ ਤਰੀਕੇ ਦਾ ਬਣਨਾ ਸ਼ੁਰੂ ਹੋ ਜਾਂਦਾ। ਪਰ ਇਸੇ ਲਈ ਆਪਾਂ ਕਰਨਾਟਕ ਦੇ ਵਿੱਚ ਪਿਛਲੇ 15 ਸਾਲਾਂ ਦੀ ਗੱਲ ਕਰਦੇ ਹਾਂ। ਜਿਹੜਾ 2008 ਦੇ ਵਿੱਚ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਵੱਲੋਂ ਉੱਥੇ 110 ਸੀਟਾਂ 'ਤੇ ਜਿੱਤ ਹਾਸਲ ਕਰਕੇ ਜਿਹੜਾ ਹੈਗਾ ਆਪਣੀ ਸਰਕਾਰ ਬਣਾਈ ਗਈ ਸੀ। ਇਹ 2008 ਦੀ ਗੱਲ ਕਰਨਾ। ਫਿਰ ਉਸ ਤੋਂ ਬਾਅਦ 2013 ਦੀ ਚੋਣਾਂ ਹੁੰਦੀਆਂ ਤਾਂ 2013 ਦੇ ਵਿੱਚ ਕਾਂਗਰਸ ਪਾਰਟੀ ਨੇ 122 ਸੀਟਾਂ 'ਤੇ ਜਿੱਤ ਹਾਸਲ ਕਰਕੇ ਜਿਹੜਾ ਹੈਗਾ ਉੱਥੇ ਸਰਕਾਰ ਬਣਾਈ। ਤੇ 2018 ਤੋਂ ਬਾਅਦ ਜਿਹੜੇ ਉੱਥੇ ਚੋਣਾਂ ਹੁੰਦੀਆਂ ਤਾਂ 2018 ਦੇ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਉੱਥੇ ਬਹੁਮਤ ਹਾਸਲ ਨਹੀਂ ਕਰ ਪਾਉਂਦੀ। ਉੱਥੇ ਇਹ ਹਾਲਾਤ ਬਣ ਜਾਂਦੇ ਨੇ, ਕਿਉਂਕਿ ਜੇ ਦੇਖੀਏ ਤਾਂ 2018 ਦੇ ਵਿੱਚ ਭਾਜਪਾ 104 ਸੀਟਾਂ 'ਤੇ ਜਿੱਤ ਹਾਸਲ ਕਰਦੀ ਹੈ, ਕਾਂਗਰਸ 80 ਸੀਟਾਂ 'ਤੇ ਜਿੱਤ ਹਾਸਲ ਕਰਦੀ ਹੈ ਤਾਂ ਜਨਤਾ ਦਲ ਸੈਕੂਲਰ ਵੀ 37 ਹਲਕਿਆਂ ਦੇ ਵਿੱਚ ਜਿੱਤ ਪ੍ਰਾਪਤ ਕਰਦਾ ਹੈ। ਇਸ ਤਰ੍ਹਾਂ ਜਿਹੜਾ ਹੈਗਾ ਉੱਥੇ ਕਿਸੇ ਵੀ ਇੱਕ ਰਾਜਨੀਤਿਕ ਪਾਰਟੀ ਨੂੰ ਜਿਹੜਾ ਹੈਗਾ ਬਹੁਮਤ ਨਹੀਂ ਮਿਲਦਾ ਤੇ ਭਾਜਪਾ ਜਿਹੜਾ ਹੈਗਾ BS ਯਦੂਰੱਪਾ ਦੀ ਅਗਵਾਈ 'ਚ ਸਰਕਾਰ ਬਣਾਉਣ ਦਾ ਬਹੁਮਤ ਸਾਬਤ ਕਰਨ ਦਾ ਦਾਅਵਾ ਤਾਂ ਕਰਦੀ ਹੈ ਪਰ ਸਿੱਧ ਨਹੀਂ ਕਰ ਪਾਉਂਦੀ। ਤੇ ਕਾਂਗਰਸ ਪਾਰਟੀ ਜਿਹੜੀ ਹੈਗੀ ਉਹ ਜਨਤਾ ਦਲ ਸੈਕੂਲਰ ਨੂੰ ਹਮਾਇਤ ਕਰਦੀ ਹੈ ਤੇ HD ਕੁਮਾਰ ਸਵਾਮੀ ਦੀ ਅਗਵਾਈ 'ਚ ਜਿਹੜਾ ਹੈ ਕਾਂਗਰਸ ਤੇ ਜਨਤਾ ਦਲ ਸੈਕੂਲਰ ਦੀ ਸਾਂਝੀ ਸਰਕਾਰ ਬਣਦੀ ਹੈ। ਇਹ ਗਠਜੋੜ ਦੀ ਸਰਕਾਰ ਭਾਵੇਂ ਬਹੁਤਾ ਲੰਬਾ ਸਮਾਂ ਨਹੀਂ ਚੱਲਦੀ, ਪਰ ਇੱਕ ਵਾਰ ਸਰਕਾਰ ਬਣਦੀ ਹੈ ਤੇ 14 ਮਹੀਨੇ ਬਾਅਦ ਹੀ ਜਿਹੜਾ ਹੈਗਾ ਇਹ ਸਰਕਾਰ ਡਿੱਗ ਜਾਂਦੀ ਹੈ, ਕਿਉਂਕਿ ਉਸ ਸਮੇਂ
ਗਠਜੋੜ ਦੇ ਜਿਹੜੇ 16 ਵਿਧਾਇਕ ਸੀਗੇ ਉਹਨਾਂ ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਜਾਂਦਾ ਹੈ ਤੇ ਵਿਧਾਨ ਸਭਾ ਵਿੱਚ ਫਿਰ ਕਾਂਗਰਸ ਪਾਰਟੀ ਤੇ ਜਨਤਾ ਦਲ ਸੈਕੂਲਰ ਗਠਜੋੜ ਸਾਬਤ ਨਹੀਂ ਕਰ ਪਾਉਂਦੇ ਤੇ ਉਹ ਫਿਰ ਹਾਰ ਦਾ ਉਹਨਾਂ ਨੂੰ ਮੂੰਹ ਦੇਖਣਾ ਪੈਂਦਾ ਤੇ ਇਸ ਤਰ੍ਹਾਂ ਜਿਹੜਾ ਹੈਗਾ ਜੁਲਾਈ 2019 ਦੇ ਵਿੱਚ ਭਾਜਪਾ ਜਿਹੜਾ ਹੈਗਾ ਯਦੂਰੱਪਾ ਦੀ ਅਗਵਾਈ 'ਚ ਸਰਕਾਰ ਬਣਾਉਂਦੀ ਹੈ ਤੇ ਕਾਂਗਰਸ 'ਚ ਜਨਤਾ ਦਲ ਸੈਕੂਲਰ ਦੇ ਜਿੰਨੇ ਵੀ ਵਿਧਾਇਕ 16 ਵਿਧਾਇਕਾਂ ਨੇ ਅਸਤੀਫੇ ਦਿੱਤੇ ਸੀ ਉਹ ਜਿਹੜੇ ਹੈਗੇ ਭਾਜਪਾ ਦੀ ਟਿਕਟਾਂ ਤੇ ਚੋਣਾਂ ਲੜਦੇ ਨੇ ਤੇ ਇਸ ਤਰ੍ਹਾਂ ਉੱਥੇ ਭਾਜਪਾ ਬਹੁਮਤ ਹਾਸਲ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਤੇ ਜੁਲਾਈ 2021 ਵਿੱਚ ਯਦੂਰੱਪਾ ਨੂੰ ਭਾਜਪਾ ਇੱਕਦਮ ਹੀ ਪਤਾ ਨਹੀਂ ਕੀ ਹਾਲਾਤ ਬਣਦੇ ਨੇ ਵੀ ਕਿ ਕੀ ਸਿਆਸੀ ਜਿਹੜਾ ਉਥਲ ਪੁਥਲ ਹੁੰਦੀ ਹੈ ਕਿਉਂਕਿ ਜਿਹੜੇ ਯਦੂਰੱਪਾ ਦੇ ਭਾਜਪਾ ਵਾਰ-ਵਾਰ ਦਾਅ ਖੇਡਦੀ ਰਹੀ ਹੈ ਉਸ ਯਦੂਰੱਪਾ ਨੂੰ ਜਿਹੜਾ ਹੈਗਾ ਉੱਥੇ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾ ਦਿੱਤਾ ਜਾਂਦਾ ਤੇ ਉੱਥੇ ਜਿਹੜੇ ਬਸਵਰਾਜ ਬੁਮਈ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ। ਦੋਸਤੋ ਇਹ ਸੀ ਪਿਛਲੇ 15 ਸਾਲ ਦਾ ਕਰਨਾਟਕ ਦਾ ਜੇ ਮੋਟਾ ਨਜ਼ਰ ਮਾਰੀਏ ਤਾਂ ਉੱਥੇ ਦੇ ਸਿਆਸੀ ਮਾਹੌਲ ਸਿਆਸੀ ਹਾਲਾਤ ਜਿਹੜੇ ਨੇ ਉੱਥੇ ਦੇ ਉਹ ਇਸ ਤਰ੍ਹਾਂ ਦੇ ਸੀ। ਤੇ ਜੇ ਆਪਾਂ ਅੱਜ ਦੇ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਸਾਰੀ ਰਾਜਨੀਤਿਕ ਪਾਰਟੀਆਂ ਵੱਲੋਂ ਉੱਥੇ ਜ਼ੋਰ ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ, ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਇਸ ਦੇ ਵਿੱਚ ਦੇਖੀਏ ਤਾਂ ਕਿਉਂਕਿ ਕੇਂਦਰ ਦੇ ਵਿੱਚ ਵੀ ਕਾਬਜ਼ ਹੈ ਭਾਰਤੀ ਜਨਤਾ ਪਾਰਟੀ ਤੇ ਕਰਨਾਟਕ ਦੇ ਵਿੱਚ ਵੀ ਜਿਹੜਾ ਹੈਗਾ ਇਸ ਸਮੇਂ ਭਾਰਤੀ ਜਨਤਾ ਪਾਰਟੀ ਉੱਥੇ ਕਾਬਜ਼ ਹੈ ਤੇ ਭਾਜਪਾ ਵੱਲੋਂ ਲਗਾਤਾਰ ਉੱਥੇ ਜਿਹੜਾ ਹੈਗਾ ਧਰਮ ਦੇ ਨਾਂ ਤੇ ਰਾਜਨੀਤੀ ਕੀਤੀ ਜਾ ਰਹੀ ਹੈ, ਧਰਮ ਨੂੰ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਜਾ ਰਿਹਾ ਕਿਉਂਕਿ ਉੱਥੇ ਹਿੰਦੂ ਲੋਕ ਵੱਡੀ ਗਿਣਤੀ 'ਚ ਰਹਿੰਦੇ ਨੇ ਉਹਨਾਂ ਨੂੰ ਜਿਹੜਾ ਹੈਗਾ ਵਰਗਲਾਉਣ ਲਈ ਕਹਿ ਲਈਏ ਉਹਨਾਂ ਦੀ ਵੋਟਾਂ ਹਾਸਲ ਕਰਨ ਲਈ ਭਾਜਪਾ ਵੱਲੋਂ ਲਗਾਤਾਰ ਇਹੋ ਜਿਹੀ ਰਣਨੀਤੀ ਉਲੀਕੀ ਜਾ ਰਹੀ ਹੈ ਜਿਸ ਨਾਲ ਜਿਹੜਾ ਹੈਗਾ ਇੱਕ ਤਬਕੇ ਦਾ ਵੋਟ ਉਹਨਾਂ ਨੂੰ ਮੁੱਖ ਤੌਰ 'ਤੇ ਹਾਸਲ ਹੋ ਜੇ। ਇਸ ਲਈ ਉਹ ਕਈ ਦੂਜੇ ਧਰਮ ਦੇ ਦੂਜੀ ਜਾਤੀਆਂ ਦੇ ਲੋਕਾਂ ਨੂੰ ਟਾਰਗੇਟ ਵੀ ਕਰ ਰਹੇ ਨੇ, ਇਸ ਤਰ੍ਹਾਂ ਸਟੇਟਮੈਂਟਾਂ ਵੀ ਦੇ ਰਹੇ ਨੇ। ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਜਿਹੜਾ ਹੈਗਾ ਭਾਜਪਾ ਲਗਾਤਾਰ ਚੋਣ ਪ੍ਰਚਾਰ ਕਰ ਰਹੀ ਹੈ ਤੇ ਉੱਥੇ ਇਸ ਤੋਂ ਇਲਾਵਾ ਜਿਹੜਾ ਹੈਗਾ ਕਾਂਗਰਸ ਪਾਰਟੀ ਵੀ ਭ੍ਰਿਸ਼ਟਾਚਾਰ ਦਾ ਨੌਕਰੀਆਂ ਦਾ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਪ੍ਰਚਾਰੀ ਹੈ ਵੀ ਕਿ ਉੱਥੇ ਲਗਾਤਾਰ ਜਿਹੜਾ ਹੈਗਾ ਭਾਜਪਾ ਦੇ ਰਾਜ ਦੇ ਵਿੱਚ ਭ੍ਰਿਸ਼ਟਾਚਾਰ ਵੱਧਦਾ ਗਿਆ, ਉੱਥੇ ਬੇਰੁਜ਼ਗਾਰੀ ਵਧੀ ਹੈ। ਕਰੋਨਾ ਮਹਾਮਾਰੀ ਦਾ ਵੀ ਜ਼ਿਕਰ ਹੋ ਰਿਹਾ ਹੈਗਾ, ਕਰੋਨਾ ਮਹਾਮਾਰੀ ਤੋਂ ਬਾਅਦ ਸੂਬੇ ਦੇ ਆਰਥਿਕ ਹਾਲਾਤ ਬਹੁਤ ਵਿਗੜੇ ਨੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਕਾਂਗਰਸ ਪਾਰਟੀ ਵੱਲੋਂ ਜ਼ੋਰ ਸ਼ੋਰ ਨਾਲ ਜਿਹੜਾ ਹੈਗਾ ਉੱਥੇ ਪ੍ਰਚਾਰਿਆ ਜਾ ਰਿਹਾ। ਪਰ ਜੇ ਦੁਬਾਰਾ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਵੱਲੋਂ ਇੱਕ ਵੱਖਰੀ ਕਿਉਂ ਧਰਮ ਦੇ ਆਧਾਰ 'ਤੇ ਤਾਂ ਰਾਜਨੀਤੀ ਹੋ ਹੀ ਰਹੀ ਹੈ ਪਰ ਇੱਕ ਵਿਸ਼ੇਸ਼ ਫਿਰਕੇ ਦੇ ਲੋਕਾਂ ਨੂੰ ਇੱਕ ਧਰਮ ਦੇ ਲੋਕਾਂ ਨੂੰ ਮੁੱਖ ਤੌਰ 'ਤੇ ਜਿਹੜਾ ਹੈਗਾ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਕਰਨਾਟਕਾ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਹਿਜਾਬ ਦਾ ਮੁੱਦਾ ਬਹੁਤ ਵੱਡੇ ਪੱਧਰ 'ਤੇ ਉੱਭਰਿਆ ਸੀ ਜਿਸ ਦਾ ਕਿ ਭਾਰਤ ਦੇਸ਼ ਹੀ ਨਹੀਂ ਦੁਨੀਆ ਦੇ ਹੋਰਨਾਂ ਮੁਲਕਾਂ ਦੇ ਵਿੱਚ ਵੀ ਵਿਰੋਧ ਹੋਇਆ ਸੀਗਾ ਵੀ ਕਿ ਸਰਕਾਰਾਂ ਨੂੰ ਇਸ ਤਰ੍ਹਾਂ ਦਾ ਰਵੱਈਆ ਅਖਤਿਆਰ ਨਹੀਂ ਕਰਨਾ ਚਾਹੀਦਾ ਕਿਉਂਕਿ ਉੱਥੇ ਵਿਦਿਆਰਥੀਆਂ ਤੋਂ ਵੱਲੋਂ ਮੁਸਲਿਮ ਵਿਦਿਆਰਥੀਆਂ ਵੱਲੋਂ ਹਿਜਾਬ ਦੀ ਜਿਹੜਾ ਹੈਗਾ ਪਾਉਣ 'ਤੇ ਰੋਕ ਲਗਾ ਦਿੱਤੀ ਗਈ ਸੀ। ਇਹ ਮਸਲਾ ਬਹੁਤ ਵੱਡੇ ਪੱਧਰ 'ਤੇ ਉੱਭਰਿਆ ਸੀ ਇਸ ਨੂੰ ਜਿਹੜਾ ਹੈਗਾ ਜ਼ੋਰ ਸ਼ੋਰ ਨਾਲ ਇਸ ਸਮੇਂ ਪ੍ਰਚਾਰਿਆ ਜਾ ਰਿਹਾ। ਜੇ ਦੂਜੇ ਪਾਸੇ ਗੱਲ ਕਰੀਏ ਤਾਂ ਟੀਪੂ ਸੁਲਤਾਨ ਦਾ ਮਸਲਾ ਉਭਾਰਿਆ ਜਾ ਰਿਹਾ ਕਿਉਂਕਿ ਟੀਪੂ ਸੁਲਤਾਨ ਦੀ ਵਿਰਾਸਤ ਦਾ ਉਸਦੀ ਸਿਆਸਤ ਦਾ ਇਸ ਤਰ੍ਹਾਂ ਦੀ ਵਾਰ-ਵਾਰ ਜਿਹੜਾ ਹੈਗਾ ਭਾਜਪਾ ਦੀਆਂ ਰੈਲੀਆਂ 'ਚ ਸਾਨੂੰ ਚਰਚਾ ਜ਼ਿਕਰ ਸੁਣਨ ਨੂੰ ਮਿਲ ਜਾਂਦੀ ਹੈ। ਇਸ ਦੇ ਨਾਲ ਹੀ ਇਹ ਵੀ ਪ੍ਰਚਾਰ ਕੀਤਾ ਜਾ ਰਿਹਾ ਕਿ ਟੀਪੂ ਸੁਲਤਾਨ ਨੇ ਜਿਹੜਾ ਹੈਗਾ ਹਿੰਦੂਆਂ 'ਤੇ ਜ਼ੁਲਮ ਕੀਤਾ, ਅਤਿਆਚਾਰ ਕੀਤਾ ਤੇ ਅੱਜ ਜਿਹੜੀ ਉੱਥੇ ਲੜਾਈ ਚੱਲ ਰਹੀ ਹੈ ਜਾਂ ਉੱਥੇ ਇੱਕ ਪਾਸੇ ਟੀਪੂ ਸੁਲਤਾਨ ਦੇ ਜਿਹੜੇ ਹਮੈਤੀ ਨੇ ਤਾਂ ਦੂਜੇ ਪਾਸੇ ਸਾਵਰਕਰ ਦੇ ਹਮੈਤੀ ਨੇ, ਇਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਵੀ ਜਿਹੜਾ ਹੈਗਾ ਉੱਥੇ ਲਗਾਤਾਰ ਚੱਲ ਰਹੀ ਹੈ। ਜੇ ਗੱਲ ਕਰੀਏ ਤਾਂ ਇਸ ਤੋਂ ਇਲਾਵਾ ਉੱਥੇ ਜਿਹੜਾ ਮੁਸਲਿਮ ਭਾਈਚਾਰੇ ਨੂੰ 4% ਦੀ ਰਾਖਵਾਂਕਰਨ ਦਿੱਤਾ ਹੋਇਆ ਉਸ ਨੂੰ ਖਤਮ ਕਰਨ ਦਾ ਮੁੱਦਾ ਵੀ ਚੱਲ ਰਿਹਾ ਕਿਉਂਕਿ ਉਸ ਨੂੰ ਖਤਮ ਕਰ ਦਿੱਤਾ ਗਿਆ ਸੀ ਪਿਛਲੇ ਸਮੇਂ 'ਚ ਤੇ ਉਸ ਨੂੰ ਜਿਹੜਾ ਖਤਮ ਕਰਨ ਤੋਂ ਬਾਅਦ ਦੋ ਜਿਹੜੇ ਤਾਕਤਵਰ ਉੱਥੇ ਭਾਈਚਾਰੇ ਨੇ, ਇੱਕ ਤਾਂ ਲਿੰਗਾਇਤ ਹੈ ਤੇ ਵੋਕਾਲਿੰਗ ਹੈ, ਉਹਨਾਂ ਦੇ ਵਿੱਚ ਇਸ 4% ਰਾਖਵਾਂਕਰਨ ਨੂੰ ਵੰਡ ਦਿੱਤਾ ਗਿਆ ਸੀ। ਇਸ ਚੀਜ਼ ਨੂੰ ਵੀ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਜਾ ਰਿਹਾ ਪਰ ਦੋਸਤੋ ਸਭ ਤੋਂ ਵੱਡੀ ਗੱਲ ਇਹ ਨਿਕਲ ਕੇ ਆਉਂਦੀ ਹੈ ਵੀ ਕਿ ਭਾਜਪਾ ਹੋਵੇ, ਕਾਂਗਰਸ ਹੋਵੇ, ਚਾਹੇ ਉੱਥੇ ਜਨਤਾ ਦਲ ਸੈਕੂਲਰ ਹੋਵੇ, ਇਹ ਸਾਰੀਆਂ ਸਿਆਸੀ ਧਿਰਾਂ ਜਿਹੜੀਆਂ ਉਹ ਸੂਬੇ ਦੇ ਵਿਕਾਸ ਦੇ ਨਾਮ 'ਤੇ ਸੂਬੇ ਦੀ ਤਰੱਕੀ ਦੇ ਲਈ ਜਾਂ ਉਹਨਾਂ ਦਾ ਕੀ ਵਿਜ਼ਨ ਹੈ, ਕੀ ਸੁਧਾਰ ਸੂਬੇ ਦੇ ਹੋਣੇ ਚਾਹੀਦੇ ਨੇ, ਇਹਨਾਂ ਸਾਰੀਆਂ ਚੀਜ਼ਾਂ ਤੋਂ ਪਰੇ ਹਟ ਕੇ ਜਿਹੜਾ ਹੈਗਾ ਇੱਕ ਦੂਸ਼ਣਬਾਜ਼ੀ ਦੀ ਰਾਜਨੀਤੀ ਕਰ ਰਹੀਆਂ। ਲਗਾਤਾਰ ਉੱਥੇ ਦੂਸ਼ਣਬਾਜ਼ੀ ਹੋ ਰਹੀ ਹੈ, ਧਰਮ ਦੇ ਨਾਂ 'ਤੇ ਲੋਕਾਂ ਨੂੰ ਵੰਡਣ ਦੀ ਰਾਜਨੀਤੀ ਹੋ ਰਹੀ ਹੈ, ਇਸ ਤਰ੍ਹਾਂ ਦੀ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ। ਇਹ ਸਾਰੀਆਂ ਹੀ ਚੋਣ ਰੈਲੀਆਂ 'ਚ ਦੇਖਣ ਨੂੰ ਮਿਲ ਰਿਹਾ ਵੀ ਕਿ ਇਹੋ ਜਿਹੇ ਹਾਲਾਤ ਉੱਥੇ ਬਣਦੇ ਜਾ ਰਹੇ ਨੇ ਜੋ ਕਿ ਬਹੁਤ ਹੀ ਮੰਦਭਾਗੇ ਨੇ, ਚਿੰਤਾਜਨਕ ਨੇ, ਜੋ ਦੇਸ਼ ਨੂੰ ਵਿਕਾਸ ਦੇ ਰਾਹ 'ਤੇ ਅੱਗੇ ਤੋਰਨ ਦੀ ਥਾਂ 'ਤੇ
ਜਿਹੜਾ ਹੈਗਾ ਕਿਤੇ ਨਾ ਕਿਤੇ ਉਹਨਾਂ 'ਚ ਵੰਡ ਪਾਉਣ ਦਾ ਕੰਮ ਕਰਦੇ ਨੇ। ਤਾਂ ਜਿਹੜਾ ਹੈਗਾ ਲੋੜ ਇਹੋ ਜਿਹੀ ਹੈ ਵੀ ਕਿ ਸਾਡੀ ਰਾਜਨੀਤਿਕ ਪਾਰਟੀਆਂ ਨੂੰ ਚਾਹੀਦਾ ਹੈ ਵੀ ਕਿ ਉਹ ਇਸ ਤਰ੍ਹਾਂ ਦੀ ਸਟੇਟਮੈਂਟਾਂ ਦੇਣ ਦੀ ਥਾਂ 'ਤੇ ਜਿਹੜਾ ਹੈਗਾ ਉੱਥੇ ਦੇ ਲੋਕਾਂ ਦੇ ਵਿਕਾਸ ਲਈ ਕੀ ਉਹਨਾਂ ਕੋਲ ਰਣਨੀਤੀ ਹੈ, ਕੀ ਪਲੈਨਿੰਗ ਹੈ, ਕੀ ਉਹਨਾਂ ਦਾ ਵਿਜ਼ਨ ਹੈ। ਕਿਉਂਕਿ ਜੇ ਦੇਖੀਏ ਤਾਂ ਅੱਜ ਦੇ ਸਮੇਂ ਹਰ ਸੂਬੇ ਦੇ ਵਿੱਚ ਜਿਹੜਾ ਹੈਗਾ, ਚਾਹੇ ਉਹ ਸਿੱਖਿਆ ਦੀ ਗੱਲ ਕਰ ਲਓ, ਚਾਹੇ ਸਿਹਤ ਦੀ ਗੱਲ ਕਰ ਲਓ, ਚਾਹੇ ਉੱਥੇ ਰੁਜ਼ਗਾਰ ਦੀ ਗੱਲ ਕਰ ਲਓ, ਖੇਤੀਬਾੜੀ ਖੇਤਰ ਦੀ ਗੱਲ ਕਰ ਲਓ, ਉੱਥੇ ਦੇ ਸਨਅਤੀ ਖੇਤਰ ਦੀ ਗੱਲ ਕਰ ਲਓ, ਜਾਂ ਹੋਰ ਇਸ ਤਰ੍ਹਾਂ ਦੇ ਅਨੇਕਾਂ ਮੁੱਦੇ ਨੇ ਜਿਨ੍ਹਾਂ ਬਾਰੇ ਵਿਚਾਰ ਚਰਚਾ ਹੋਣੀ ਚਾਹੀਦੀ ਹੈ, ਗੱਲਬਾਤ ਹੋਣੀ ਚਾਹੀਦੀ ਹੈ। ਰਾਜਨੀਤਿਕ ਆਗੂਆਂ ਦੀ ਉਹ ਜੇ ਕਹੀਏ ਤਾਂ ਚੋਣ ਰੈਲੀਆਂ ਦੀ ਸਪੀਚ ਦਾ ਹਿੱਸਾ ਹੋਣੇ ਚਾਹੀਦੇ ਆ। ਇਹ ਸਾਰੇ ਮੁੱਦੇ ਇਹੋ ਜਿਹੇ ਨੇ ਜਿਸ ਦੀ ਕਿ ਬਹੁਤ ਜ਼ਿਆਦਾ ਲੋੜ ਹੈ। ਪਰ ਅੱਜ ਦੇ ਸਮੇਂ ਦੇਖੀਏ ਤਾਂ ਚੋਣ ਰੈਲੀਆਂ 'ਚ ਚੱਲ ਕੀ ਰਿਹਾ, ਧਰਮ ਦੇ ਨਾਮ ਦੀ ਜਿਹੜਾ ਹੈਗਾ ਰਾਜਨੀਤੀ, ਦੂਸ਼ਣਬਾਜ਼ੀ ਵੀ ਕਿ ਭ੍ਰਿਸ਼ਟਾਚਾਰ ਹੋ ਗਿਆ ਜੀ, ਨੌਕਰੀਆਂ ਨਹੀਂ ਮਿਲੀਆਂ ਜੀ, ਕਰਪਸ਼ਨ ਚੱਲ ਰਹੀ ਹੈ। ਇਸ ਤਰ੍ਹਾਂ ਦੀ ਸਾਰੀਆਂ ਚੀਜ਼ਾਂ ਦਾ ਪ੍ਰਚਾਰ ਕੀਤਾ ਜਾ ਰਿਹਾ, ਜਦੋਂ ਕਿ ਰਾਜਨੀਤਿਕ ਪਾਰਟੀਆਂ ਨੂੰ ਚਾਹੀਦਾ ਵੀ ਕਿ ਉਹ ਇਹਨਾਂ ਚੀਜ਼ਾਂ ਤੋਂ ਪਾਸੇ ਹਟ ਕੇ ਉੱਥੇ ਦੇ ਲੋਕਾਂ ਦੇ ਕਿਵੇਂ ਬੱਚਿਆਂ ਨੂੰ ਜਿਹੜਾ ਹੈਗਾ ਵਧੀਆ ਸਿੱਖਿਆ ਮੁਹੱਈਆ ਕਰਵਾਏਗੀ ਜਾਏਗੀ, ਉੱਥੇ ਦੇ ਲੋਕਾਂ ਨੂੰ ਕਿਵੇਂ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਸਾਹਮਣੇ ਆਉਣੀਆਂ ਚਾਹੀਦੀਆਂ। ਅਤੇ ਦੂਜੇ ਪਾਸੇ ਦੇਖੀਏ ਤਾਂ ਆਮ ਆਦਮੀ ਪਾਰਟੀ ਵੱਲੋਂ ਜੋ ਦਿੱਲੀ ਵਿੱਚ ਉਹਨਾਂ ਨੇ ਇੱਕ ਰਣਨੀਤੀ ਅਖਤਿਆਰ ਕੀਤੀ ਸੀ, ਉਸੀ ਨੂੰ ਪੰਜਾਬ 'ਚ ਵਰਤਿਆ, ਉਸੀ ਨੂੰ ਗੁਜਰਾਤ 'ਚ ਵਰਤਿਆ ਅਤੇ ਉਸੀ ਨੂੰ ਹੁਣ ਕਰਨਾਟਕ ਦੇ ਵਿੱਚ ਵਰਤਣ ਦੀ ਤਿਆਰੀ ਚੱਲ ਰਹੀ ਹੈ। ਇੱਕ ਤਾਂ ਉੱਥੇ ਮੁੱਖ ਤੌਰ 'ਤੇ ਜਿਹੜਾ OPS ਦਾ ਮੁੱਦਾ ਉਭਾਰਿਆ ਜਾ ਰਿਹਾ, ਉਸ ਤੋਂ ਇਲਾਵਾ ਜੇ ਦੇਖੀਏ ਤਾਂ ਹਲੇ ਭਾਵੇਂ ਐਲਾਨ ਹੌਲੀ ਹੌਲੀ ਹੋਣਗੇ, ਪਰ ਜਿਵੇਂ OPS ਦੀ ਗੱਲ ਕੀਤੀ ਹੈ ਵੀ ਕਿਉਂਕਿ ਪੰਜਾਬ ਤੋਂ ਹੀ OPS ਉੱਥੇ ਲੈ ਕੇ ਗਏ ਨੇ, ਗੁਜਰਾਤ 'ਚ OPS ਦਾ ਐਲਾਨ ਕੀਤਾ ਇਹਨਾਂ ਨੇ, ਹਿਮਾਚਲ 'ਚ OPS ਦੀ ਗੱਲ ਕੀਤੀ, ਤਾਂ ਕਰਨਾਟਕ ਦੇ ਵਿੱਚ ਵੀ ਕੀਤੀ ਹੈ। ਤਾਂ ਇਸ ਤੋਂ ਪਤਾ ਲੱਗਦਾ ਕਿਉਂਕਿ ਭਾਜਪਾ ਆਮ ਆਦਮੀ ਪਾਰਟੀ ਆਪਣੀ ਦਿੱਲੀ ਵਾਲੀ ਚੋਣ ਰਣਨੀਤੀ ਨੂੰ ਹਰ ਸੂਬੇ 'ਚ ਅਪਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਵੇਂ ਦਿੱਲੀ ਦੇ ਵਿੱਚ 200 ਯੂਨਿਟ ਮੁਫਤ ਬਿਜਲੀ ਦਿੱਤੀ ਗਈ, ਤਾਂ ਉਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਇਸ ਨੂੰ 300 ਯੂਨਿਟ ਮੁਫਤ ਬਿਜਲੀ ਕਰ ਦਿੱਤਾ। ਪੰਜਾਬ ਦੇ ਵਿੱਚ ਔਰਤਾਂ ਨੂੰ 1000 ਰੁਪਏ ਮਹੀਨਾ ਪੈਨਸ਼ਨ ਦੀ ਗੱਲ ਕੀਤੀ ਗਈ। ਹੋਰ ਜਿਹੜੇ ਨੇ ਕਈ ਇਸ ਤਰ੍ਹਾਂ ਦੇ ਮੁੱਦੇ ਨੇ ਜਿਨ੍ਹਾਂ ਨੂੰ ਦਿੱਲੀ ਦੀ ਤਰਜ਼ 'ਤੇ ਪੰਜਾਬ ਦੇ ਵਿੱਚ ਉਭਾਰਿਆ ਗਿਆ। ਜੇ ਗੱਲ ਐਕਸਾਈਜ਼ ਪਾਲਿਸੀ ਦੀ ਗੱਲ ਕਰੀਏ, ਉਹ ਵੀ ਦਿੱਲੀ ਵਾਲੀ ਐਕਸਾਈਜ਼ ਪਾਲਿਸੀ ਨੂੰ ਪੰਜਾਬ 'ਚ ਲਾਗੂ ਕੀਤਾ ਗਿਆ। ਇਸੇ ਤਰ੍ਹਾਂ ਉਹ ਅੱਗੇ ਵੱਧ ਰਹੇ ਨੇ। ਤਾਂ ਸਪਸ਼ਟ ਹੈ ਵੀ ਕਿ ਆਮ ਆਦਮੀ ਪਾਰਟੀ ਕਰਨਾਟਕਾ ਦੇ ਵਿੱਚ ਵੀ ਜਿਹੜਾ ਹੈਗਾ ਇਸੇ ਤਰ੍ਹਾਂ ਦਾ ਪੱਤਾ ਖੇਡੇਗੀ। ਉੱਥੇ ਜਿਹੜਾ ਹੈਗਾ 1000 ਰੁਪਏ ਮਹੀਨਾ ਪੈਨਸ਼ਨ ਦੀ ਗੱਲ, ਮੁਫਤ ਬਿਜਲੀ ਦੀ ਗੱਲ, ਇਸ ਤਰ੍ਹਾਂ ਦੀ ਚੀਜ਼ਾਂ ਨੂੰ ਜ਼ੋਰ ਸ਼ੋਰ ਨਾਲ ਪ੍ਰਚਾਰੇਗੀ। ਪਰ ਜੇ ਦੂਜੇ ਪਾਸੇ ਨਾਲ ਹੀ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਵੱਲੋਂ ਜਿੱਥੇ ਦੂਸ਼ਣਬਾਜ਼ੀਆਂ ਕੀਤੀਆਂ ਜਾ ਰਹੀਆਂ, ਤਾਂ ਉੱਥੇ ਹੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਇੱਕ ਨਵੇਕਲਾ ਐਲਾਨ ਕੀਤਾ ਗਿਆ। ਉਹਨਾਂ ਨੇ ਕਿਹਾ ਵੀ ਕਿ ਉਹ ਆਪਣੀ ਚੋਣ ਮੁਹਿੰਮ ਜਿਹੜਾ ਹੈਗਾ ਕੋਲਾਰ ਤੋਂ ਸ਼ੁਰੂ ਕਰਨਗੇ। ਜੀ ਦੋਸਤੋ, ਦੱਸ ਦਈਏ ਕੋਲਾਰ ਉਹੀ ਲੋਕ ਸਭਾ ਹਲਕਾ ਹੈ ਜਿਸ ਦੇ ਵਿੱਚ 2019 ਦੇ ਵਿੱਚ ਰਾਹੁਲ ਗਾਂਧੀ ਵੱਲੋਂ ਇੱਕ ਟਿੱਪਣੀ ਜਿਹੜੀ ਹੈਗੀ ਕੀਤੀ ਗਈ ਸੀ, ਅਤੇ ਉਸ ਟਿੱਪਣੀ ਦੇ ਬਦਲੇ ਹੀ ਸੂਰਤ ਦੀ ਮਾਨਯੋਗ ਅਦਾਲਤ ਵੱਲੋਂ ਰਾਹੁਲ ਗਾਂਧੀ ਨੂੰ ਹੁਣ ਜਿਹੜਾ ਹੈਗਾ ਸਜ਼ਾ ਸੁਣਾਈ ਗਈ ਹੈ। ਅਤੇ ਉਹੀ ਰਾਹੁਲ ਗਾਂਧੀ ਨੇ ਐਲਾਨ ਕੀਤਾ ਹੈ ਵੀ ਕਿ ਉਹ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੋਲਾਰ ਤੋਂ ਹੀ ਕਰਨਗੇ। ਅਤੇ ਦੇਖਣਾ ਇਹੀ ਹੋਵੇਗਾ ਹੁਣ ਵੀ ਕਿ ਸਾਰੀ ਰਾਜਨੀਤਿਕ ਪਾਰਟੀਆਂ ਵੱਲੋਂ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ, ਵੱਖ-ਵੱਖ ਮੁੱਦਿਆਂ ਨੂੰ ਚੁੱਕਿਆ ਜਾ ਰਿਹਾ। ਪਰ ਜਿੱਥੇ ਰਾਜਨੀਤਿਕ ਪਾਰਟੀਆਂ ਇੱਕ ਦੂਜੇ 'ਤੇ ਦੂਸ਼ਣਬਾਜ਼ੀ ਕਰ ਰਹੀਆਂ ਨੇ, ਧਰਮ ਦੇ ਨਾਮ 'ਤੇ ਪ੍ਰਚਾਰ ਕਰ ਰਹੀਆਂ ਨੇ, ਉੱਥੇ ਲੋੜ ਇਹੀ ਹੈ ਵੀ ਕਿ ਉਹ ਸੂਬੇ ਦੇ ਵਿਕਾਸ, ਲੋਕਾਂ ਦੀ ਤਰੱਕੀ, ਖੁਸ਼ਹਾਲੀ, ਇਹਨਾਂ ਮੁੱਦਿਆਂ ਨੂੰ ਵੀ ਜਿਹੜਾ ਹੈਗਾ ਉੱਥੇ ਵਿੱਚ ਲੈ ਕੇ ਆਉਣ ਅਤੇ ਕਿਵੇਂ ਲੋਕਾਂ ਦੇ ਜੀਵਨ ਪੱਧਰ ਨੂੰ ਹੋਰ ਉੱਚਾ ਚੁੱਕਿਆ ਜਾ ਸਕਦਾ ਉਸ ਬਾਰੇ ਗੱਲਬਾਤ ਕਰਨ, ਤਾਂ ਜੋ ਜਿਹੜਾ ਹੈਗਾ ਲੋਕ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਇਹਨਾਂ ਗੱਲਾਂ ਨੂੰ, ਉਹਨਾਂ ਦੇ ਵਿਜ਼ਨ ਨੂੰ ਸੁਣ ਕੇ ਵੋਟ ਪਾਉਣ। ਅਤੇ ਇਸ ਦੇ ਨਾਲ ਹੀ ਕਰਨਾਟਕ ਦੇ ਵੋਟਰਾਂ ਨੂੰ ਵੀ ਚਾਹੀਦਾ ਵੀ ਕਿ ਉਹ ਕੋਈ ਧਰਮ ਜਾਂ ਜਾਤ ਦੇ ਨਾਮ 'ਤੇ ਵੋਟਾਂ ਪਾਉਣ ਦੀ ਥਾਂ 'ਤੇ ਜਿਹੜੀ ਸਿਆਸੀ ਪਾਰਟੀ ਕੋਲ ਕੋਈ ਵਿਜ਼ਨ ਹੈ, ਕੋਈ ਵਿਕਾਸ ਦੇ ਨਾਮ 'ਤੇ ਜਿਹੜਾ ਹੈਗਾ ਕੋਈ ਮਾਡਲ ਲੈ ਕੇ ਆਉਂਦੇ ਨੇ, ਕੋਈ ਰਣਨੀਤੀ ਤੁਹਾਡੇ ਅੱਗੇ ਪੇਸ਼ ਕਰਦੇ ਨੇ, ਤਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਆਪਣੇ ਵੋਟ ਦੀ ਵਰਤੋਂ ਕੀਤੀ ਜਾਵੇ, ਤਾਂ ਜੋ ਸੂਬੇ ਦਾ ਵਿਕਾਸ ਹੋ ਸਕੇ, ਉੱਥੇ ਦੇ ਜਿਹੜੇ ਨੌਜਵਾਨ ਪੀੜ੍ਹੀ ਆ ਉਸ ਨੂੰ ਰੁਜ਼ਗਾਰ ਮਿਲ ਸਕੇ, ਅਤੇ ਸਾਰੇ ਲੋਕ ਉੱਥੇ ਖੁਸ਼ਹਾਲ ਅਤੇ ਜਿਹੜਾ ਖੁਸ਼ਨੁਮਾ ਮਾਹੌਲ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਸਕਣ। ਹੁਣ ਦੇਖਣਾ ਤਾਂ ਇਹੀ ਹੋਵੇਗਾ ਕਿ ਕੀ ਚੋਣ ਨਤੀਜੇ ਹੋਣਗੇ, ਪਰ ਹਲੇ ਸਮਾਂ ਬਾਕੀ ਹੈ ਕਿਉਂਕਿ 10 ਮਈ ਨੂੰ ਵੋਟਾਂ ਪੈਣੀਆਂ। ਅੱਜ ਤਾਂ ਹਲੇ 1 ਅਪ੍ਰੈਲ ਹੀ ਹੋਈ ਹੈ, ਕਿਉਂਕਿ 10 ਮਈ ਨੂੰ ਵੋਟਾਂ ਪੈਣਗੀਆਂ ਅਤੇ 13 ਮਈ ਨੂੰ ਜਿਹੜਾ ਹੈਗਾ ਚੋਣ ਨਤੀਜੇ ਆਉਣਗੇ। ਉਹ ਕੀ ਨਤੀਜੇ ਹੋਣਗੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਪੰਜਾਬੀ ਟ੍ਰਿਬਿਊਨ ਵੱਲੋਂ ਤੁਹਾਡੇ ਤੱਕ ਇਸ ਤਰ੍ਹਾਂ ਦੀ ਜਨਤਕ ਮੁੱਦਿਆਂ ਨੂੰ, ਲੋਕਾਂ ਦੀ ਸਮੱਸਿਆਵਾਂ ਨੂੰ, ਜਾਂ ਹੋਰ ਚਾਹੇ ਕਿਸੇ ਵੀ ਖੇਤਰ ਨਾਲ ਜੁੜੀਆਂ ਹੋਈਆਂ ਜਿਹੜਾ ਇਸ ਤਰ੍ਹਾਂ ਚਾਹੇ ਚੋਣ ਸਰਗਰਮੀਆਂ ਹੋਣ ਜਾਂ ਉੱਥੇ ਦੀ ਸਮੱਸਿਆਵਾਂ ਹੋਣ, ਤੁਹਾਡੇ ਸਾਹਮਣੇ ਰੱਖੀਆਂ ਜਾਣਗੀਆਂ, ਪੇਸ਼ ਕੀਤੀਆਂ ਜਾਣਗੀਆਂ। ਅਤੇ ਕੱਲ੍ਹ ਨੂੰ ਫਿਰ ਇਸੇ ਸਮੇਂ ਇੱਕ ਨਵੇਂ ਮੁੱਦੇ 'ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ।
ਧੰਨਵਾਦ।